बिस्मिल्लाहिर्रहमानिर्रहीम। मदर मिल चौकों का एडवांस फार्मिंग टेक्निक की तरफ से तमाम दोस्तों को अस्सलाम वालेकुम। आज का जो प्रोग्राम है वो डॉक्टर तैयब साहब के साथ कि काटन की मुकम्मल मालूमात, काटन पर मुकम्मल कंट्रोल किन किन चीज़ों से हो सकता है। आजकल जो हमारी काटन की फसल है वो निकाम हो रही है, तो उसके लिए डॉक्टर साहब ने कुछ प्रोडक्ट्स तैयार किए हैं, तो उनके मामले पर उनसे पूछते हैं कि हमारी काटन को किस तरीके से हम बचा सकते हैं। तो मैं पहले उसे अस्सलाम वालेकुम डॉक्टर साहब। वालेकुम अस्सलाम वरहमतुल्लाहि वबरकातुहू। हाँ जी, की हाल चाल जी जी? ठीक ठीक जी अल्हम्दुलिल्लाह। डॉक्टर साहब, आजकल जो हमारा पाकिस्तान है यहाँ पर किसानों को काटन का पहले बहुत फ़ायदा हुआ करता था, लेकिन आजकल तो वो बहुत बड़ा नुकसान में जा रहा है, क्योंकि हमने मुख्तलिफ इलाकों से पता चल किया है। कोई लोग काले करते हुए कहते हैं काटन नहीं हम काश्त करनी, ये हमें नुकसान देगी। क्यों, क्या चीज़ें हैं ऐसी, सफ़ेद मक्खी और गुलाब, सफ़ेद मक्खी, सब्ज़ तेला, थ्रिप्स और पिंक, जो गुलाबी सुंडी कहते हैं जिसको, वो उसने तो ख़त्म कर दिया है, खासकर सफ़ेद मक्खी ने तो ख़त्म। क्या कोई ऐसा है पर आपका पास प्लान, कोई प्रोडक्ट कोई तैयार किया हो या किसानों को कोई बताया जाए कि इसको किस तरीके से हम काटन को कामयाब कर सकते हैं? मैं ना तकरीबन पहले तो मैं थोड़ा शुक्रिया अदा करदा। दूसरी चीज़ ये है कि मैं जिमीदारों ना मुख्तसर जिहा तीन चार मिनट के अंदर ਜਿਹੜਾ ਨਾ जी मैं उन्होंने दसांगा, लेकिन हिंट्स देवांगा क्योंकि पूरी तफसील ना दसीए तो बड़ी लंबी चौड़ी नहीं, लंबी नहीं, बस मैक्सिमम 6-7 ਤੇ मिनट। ਮੈਂ ਨਾ ਤੁਹਾਨੂੰ ਇਹ ਦੱਸਦਾ ਕਿ ਸਭ ਤੋਂ ਪਹਿਲੇ ਜ਼ਿਮੀਂਦਾਰ ਨੂੰ ਚਾਹੀਦਾ ਵਾ ਵੀ ਕਿ ਉਹਦੀ ਅਫਾਦੀਅਤ, ਉਹਨੂੰ ਖਾਦ ਕਿੱਦਾਂ ਪਾਣੀ ਆ, ਖਾਦ ਕਿਸ ਤਰ੍ਹਾਂ ਉਹਨੂੰ ਪਾਣੀ ਆ, ਉਹਨੂੰ ਕਿੰਨੀ ਖਾਦ ਚਾਹੀਦੀ ਹੈ। जी जी ਅਗਰ ਉਹਨੂੰ ਬਰ ਵਕਤ ਉਹਨੂੰ ਖਾਦ ਪਾਏਗਾ, ਮਾਈਕਰੋ ਨਿਊਟਰਨ ਪਾਏਗਾ, ਤੇ ਉਹਨੂੰ ਉਹਨਾਂ ਹੋਰ ਖਾਦਾਂ ਦੀ ਜਿਹੜੀ ਉਹਦੀ ਜ਼ਰੂਰਤ ਜਿਹੜੀ ਹੈ ਨਾ, ਉਹ ਜਿੱਦਾਂ ਹੁਣ ਖਾਦ ਪਾ ਰਿਹਾ ਉਹਦੀ ਬਚ ਜਾਏਗੀ। ਤੇ ਜੇ ਅਗਰ ਉਹ ਮੇਰੇ ਨੰਬਰ ਤੁਸੀਂ ਦੇ ਦੇਣਾ, ਤੇ ਜੇ ਅਗਰ ਉਹ ਮੇਰੇ ਨਾਲ ਰਾਬਤਾ ਕਰੇਗਾ ਤੇ ਮੈਂ ਉਹਨਾਂ ਨੂੰ ਦੱਸ ਵੀ ਦੇਵਾਂਗਾ ਕਿ ਕਿਸ ਤਰ੍ਹਾਂ ਖਾਦ ਨੂੰ ਡਿਵਾਈਡ ਕਰਕੇ ਪਾਵੇ। थोड़ा सा बता देना। ਉਹਨੂੰ ਫਾਸਫੋਰਸ ਚਾਹੀਦੀ ਆ, ਕਮ ਅਜ਼ ਕਮ ਉਹਨੂੰ ਫਾਸਫੋਰਸ ਚਾਹੀਦੀ ਹੈ, 2 ਬੋਰੀਆਂ ਫਾਸਫੋਰਸ ਦੀਆਂ ਚਾਹੀਦੀਆਂ, ਜਾਂ ਇਹਦੇ ਆਲਟਰਨੇਟ ਇਹ ਚਾਹੀਦਾ ਕਿ ਬਾਇਓ ਕੰਪੋਜ਼ਰ ਪਾਵੇ ਜਾਂ ਬਾਇਓ ਖਾਦ ਪਾਵੇ ਜਾਂ ਕੋਈ ਉਹਦੇ ਨਾਲ ਖਾਦ ਘਟਾਵੇ। ठीक ठीक ਫਿਰ ਦੂਸਰੇ ਨੰਬਰ ਦੇ ਉੱਤੇ ਉਹਨੂੰ ਚਾਹੀਦਾ ਵਾ ਸ਼ੁਰੂ ਦਿਨ ਤੋਂ ਲਾ ਕੇ ਤੇ ਅਖੀਰ ਤੱਕ ਉਹਨੇ ਕੰਟਰੋਲ ਕਰਨਾ, ਤੇ ਸਭ ਤੋਂ ਪਹਿਲੇ ਉਹ ਇਹ ਕਰੇ ਕਿ ਫਰਨੈਲ ਦੀਆਂ ਗੋਲੀਆਂ ਉਹਦੇ ਥੱਲੇ ਪਾਵੇ, थले पाए ਥੱਲੇ ਪਾਵੇ। छठा दे ਫਰਨੈਲ ਦੀਆਂ ਨਹੀਂ, ਤਕਰੀਬਨ 300 ਮਿਲੀਗ੍ਰਾਮ ਜਿਹੜੀਆਂ ਨਾ ਪਰ ਏਕੜ ਦੀਆਂ ਗੋਲੀਆਂ ਲੱਗਣਗੀਆਂ, 10-10 12-12 ਫੁੱਟ ਦੇ ਫਾਸਲੇ ਦੇ ਕੇ ਰੱਖੀ ਜਾਵੇ। अच्छा जी ठीक। ਹਰ ਪਾਸੇ ਉਹਦਾ 10-12 ਫੁੱਟ तो ਦਾ फरनैल की गोलियों से क्या फायदा? ਫਰਨੈਲ ਦੀਆਂ ਗੋਲੀਆਂ ਦੇ ਨਾਲ ਸਿਰਫ ਗੈਸ ਬਣੇਗੀ, ਜਿਹੜੀ ਗੈਸ ਥੱਲੇ ਲੱਗੇਗੀ ਨਾ, ਸਾਰੀ ਜਿਹੜੀ ਆ ਮੱਛਰ, ਤੇਲਾ, ਮੱਖੀ, ਸਫੇਦ ਮੱਖੀ, ਉਹ ਸਾਰੀਆਂ ਥ੍ਰਿਪਸ, ਉਹ ਸਾਰੇ ਥੱਲੇ ਲੱਗਦੇ ਨੇ ਪੱਤੇ। अच्छा जी ਇਹ ਜੋ ਗੈਸ ਲੱਗੇਗੀ ਨਾ, ਜਿਹਦੇ ਆਂਡੇ ਨੂੰ ਗੈਸ ਲੱਗੀ ਉਹਨੂੰ ਬੱਚਾ ਨਹੀਂ ਨਿਕਲੇਗਾ। ਇਹ ਐਡਵਾਂਸ ਯਾਨੀ ਕਿ ਉਹਨੂੰ ਉਹਦੀ ਹੈ। जी जी ਤੇ ਇਹਦੇ ਵਿੱਚ ਦੂਸਰੀ ਚੀਜ਼ ਇਹ ਆ ਵੀ ਕਿ ਇਸ ਤੋਂ ਬਾਅਦ ਇਹ ਹੈ ਬਸ ਅਸੀਂ ਉਹਦੇ ਵਾਸਤੇ ਕੀਤੀ ਹੈ ਸਪਰੇਅ ਕੰਟਰੋਲ ਤਿਆਰ। जी ਅਗਰ ਜ਼ਿਮੀਂਦਾਰ ਸਪਰੇਅ ਕੰਟਰੋਲ ਆਪ ਤਿਆਰ ਕਰ ਸਕਦਾ ਹੋਵੇ ਤੇ ਪੂਰੀ ਫਾਰਮੂਲੇਸ਼ਨ ਮੈਂ ਦੇਣ ਨੂੰ ਤਿਆਰ ਹਾਂ ਜੋ ਆਪ ਤਿਆਰ ਕਰ ਲੈ। कुछ थोड़ी थोड़ी बता दें। ਇਹਦੇ ਵਿੱਚ 17 ਮੈਂ ਮੁਖਤਸਰ ਜੇ ਦੱਸ ਦਿੰਦਾ, 17 ਗਜ਼ਾਈ ਅਨਾਸਰ ਇਹਦੇ ਵਿੱਚ ਬਿਲਕੁਲ ਮਖਸੂਸ ਆ। ਜਿਹੜੀ ਕੋਈ ਵੀ ਜ਼ਹਿਰ ਦੀ ਸਪਰੇਅ ਜਦੋਂ ਅਸੀਂ ਕਰਦੇ ਹਾਂ ਨਾ, ਤੇ ਉਹਦੀ ਪੋਲੀਨੇਸ਼ਨ ਵੀ ਰੁਕਦੀ ਆ, ਉਹਦੀ ਗਰੋਥ ਵੀ ਰੁਕਦੀ ਆ। जी जी ਇਹਦੇ ਵਿੱਚ ਇਹ ਚੀਜ਼ ਨਹੀਂ ਹੋਏਗੀ, ਉਹਦਾ ਪੱਤਾ ਹਾਰਡ ਨਹੀਂ ਹੋਏਗਾ। ठीक है। ਇੱਕ ਚੀਜ਼ ਦੂਸਰੇ ਨੰਬਰ ਦੇ ਉੱਤੇ ਅਸੀਂ ਇਹਦੇ ਵਿੱਚ ਜਿਹੜੀ ਹੈ ਨਾ ਤਮਾਕੂ ਚੋਂ ਨਿਕੋਟਿਨ ਕੱਢੀ ਆ, ਹਿੰਗ ਹਿੰਗ ਪਾਈ ਆ, ਤਮਾਕੂ ਚੋਂ ਨਿਕੋਟਿਨ ਕੱਢੀ ਆ। ਫਿਰ ਇਹਦੇ ਵਿੱਚ ਅਸੀਂ ਉਹ ਕੈਲਸ਼ੀਅਮ ਪਾਇਆ ਵਾ, जी जी ਫਿਰ ਪੋਟਾਸ਼ੀਅਮ ਪਰਮੈਂਗਨੇਟ ਪਾਈ ਆ, ਜਿਹੜੀ ਕਿ ਸੁੰਡੀਆਂ ਨੂੰ, ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸੁੰਡੀਆਂ ਨੂੰ ਮਾਰਦੀ। ठीक जी ਫਿਰ ਇਹ ਤੋਂ ਜਿਹੜੀ ਹਟ ਕੇ ਜਿਹੜੀ ਹੈ ਨਾ, ਉਹ ਚੀਜ਼ ਇਹ ਆ ਕਿ ਇਹਦੇ ਵਿੱਚ ਜ਼ਹਿਰ ਜਿਹੜੀ ਹੈ ਨਾ, ਅਸੀਂ 0.4% ਜ਼ਹਿਰ ਪਾਈ ਹੁੰਦੀ ਹੈ। अच्छा ਅਗਰ ਉਹਨੂੰ ਥ੍ਰਿਪਸ ਆ ਗਈ ਹੈ ਜਾਂ ਸੁੰਡੀ ਆ ਗਈ ਆ, ਜਾਂ ਉਹਨੂੰ ਕੋਈ ਐਨੀਮਲ ਉਹ ਸਾਨੂੰ ਦੱਸੇ ਵੀ ਕਿ ਫਲਾਣੀ ਚੀਜ਼ ਇੱਥੇ ਆਈ ਹੈ, ਜਿੱਦਾਂ ਹੁਣ ਸਫੇਦ ਮੱਖੀ ਆਈ ਹੈ, ਕੰਟਰੋਲ ਨਹੀਂ ਹੁੰਦੀ। ਸਫੈਦ ਮੱਖੀ ਦੀ ਜਿਹੜੀ ਜ਼ਹਿਰ ਇਸਤੇਮਾਲ ਕਰਦਾ, ਜਿਹੜੀ ਕੰਪਨੀ ਦੀ ਜ਼ਹਿਰ ਇਸਤੇਮਾਲ ਕਰਦਾ ਪਿਆ, ਜਿਹੜੀ ਖਾਸ ਤੌਰ 'ਤੇ ਉਹਨੂੰ ਮਾਰਦੀ ਹੈ, जी ਉਹ 1 ਏਕੜ ਦੀ ਜ਼ਹਿਰ ਜਿਹੜੀ ਆ जी ਉਹ 30 ਲੀਟਰ ਦੇ ਕੈਨ ਦੇ ਵਿੱਚ ਪਾ ਲੈਣੀ अच्छा ਤੇ 30 ਕਿੱਲਿਆਂ ਨੂੰ 2 ਦਫਾ ਸਪਰੇਅ ਕਰੇ, ਯਾਨੀ ਕਿ 15 ਕਿੱਲਿਆਂ ਨੂੰ ਫੇਰ ਕਰ ਦਿੱਤੇ, 15 ਕਿੱਲਿਆਂ ਨੂੰ ਫੇਰ ਕਰ ਦਿੱਤੇ, ਯਾਨੀ ਕਿ 30 ਕਿੱਲੇ ਬਣ ਗਏ ਨਾ। जी जी हाँ जी 30 ਕਿੱਲਿਆਂ ਨੂੰ ਉਹ ਇਸ ਤਰੀਕੇ ਨਾਲ ਉਹ ਕੰਟਰੋਲ ਕਰ ਜਾਏਗੀ। ठीक है। ਉਹ ਹੀ 30 ਲੀਟਰ ਜਿਹੜੀ ਹੈ 3 लीटर थे। ਤੇ ਉਹਦੀ ਕੀਮਤ ਵੀ ਬਹੁਤ ਸਸਤੀ ਜਿਹੀ ਹੈ, ਕੋਈ ਐਡੀ अच्छा, तो ये जो आपने बता रहे हैं कि कंट्रोल ये हर 8 दिन बाद करना है? ਇਹ ਅਸਲ 'ਚ ਇੱਦਾਂ ਨਾ, ਜ਼ਿਮੀਂਦਾਰ ਇੱਕ ਸਪਰੇਅ ਕਰੇਗਾ ਨਾ 1 ਲੀਟਰ ਦੀ, जी जी ਜਦੋਂ ਜ਼ਿਮੀਂਦਾਰ ਨੇ 1 ਲੀਟਰ ਦੀ ਸਪਰੇਅ ਕੀਤੀ, 24 ਘੰਟਿਆਂ 'ਚ ਉਹਦਾ ਪੌਦਾ ਜਿਹੜਾ ਸਾਸਾ ਹੋ ਜਾਏਗਾ, ਗਰੋਥ ਉਹਦੀ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਜਾਏਗੀ। जी जी
क्या वो DAP ਦੇ ਨਾਲ ਬਜਾਏ ਉਹ 350 400 ਰੁਪਏ ਤੇ ਕਿਲੋ ਤੇ ਨਹੀਂ ਖਰਚ ਸਕਦਾ? ਨਹੀਂ ਜਦੋਂ ਕਿ 400 ਰੁਪਏ ਦੇ ਉੱਤੇ ਖਰਚ ਲਵੇ ਜਾਂ 300 ਰੁਪਏ ਤੇ 350 400 ਰੁਪਏ ਤੇ ਖਰਚ ਲਿਆ ਉਹਨੇ, ਇਹਦੇ ਨਾਲ ਉਹਦੀ ਫਸਲ ਦੀ ਇੰਨੀ ਹੋ ਗਈ ਕਿ ਜਿੱਦਾਂ ਉਹਨੇ ਯੂਰੀਆ ਪਾਤੀ ਇੱਕ ਬੋਰੀ, ਜੀ ਜੀ ਤੇ ਉਹ 400 ਰੁਪਏ ਤੇ ਉਹਨੂੰ ਨਹੀਂ ਚੁੱਕਣਾ ਚਾਹੀਦਾ। ਜੀ ਜੀ ਇਸੇ ਤਰੀਕੇ ਨਾਲ ਇਹਦਾ ਇਹ ਆ ਕਿ ਹਰ ਚੀਜ਼ ਦਾ ਇੱਕ ਕੰਟਰੋਲ ਦੇਗੀ ਜੀ। ਸੁੰਡੀ ਦਾ ਕੰਟਰੋਲ, ਹਰ ਚੀਜ਼ ਦਾ ਕੰਟਰੋਲ, ਕਿਉਂਕਿ ਇਹਦੇ ਵਿੱਚ ਤਮਾਕੂ ਚ ਨਹੀਂ ਕੋਰੀਨਾ। ਜੀ ਅਗਰ ਉਹ ਸੱਪ ਦੇ ਉੱਤੇ ये अकेला ही करना है सी ये अकेला करना, बस पहले अकेला ही करना। अच्छा, तो और उसके अलावा मैक्रो न्यूट्रिएंट्स भी इसमें है माइक्रो न्यूट्रिएंट्स ਦੇ ਵਿੱਚ और छोटी ਇਹਦੇ ਵਿੱਚ ਕੋਈ ਚੀਜ਼ ਹੋਰ ਐਡ ਕਰਨ ਦੀ ਜ਼ਰੂਰਤ ਨਹੀਂ। ਹਾਂ ਅਲਬત્ਤਾ ਜੇ ਉਹਦੀ ਨਾ ਇਹ ਬਹੁਤ ਜ਼ਿਆਦਾ ਕੋਈ ਸੁੰਡੀ ਆ ਗਈ ਹੈ, ਕਿਸੇ ਚੀਜ਼ ਦਾ ਬਹੁਤ ਅਟੈਕ ਆ ਗਿਆ ਤੇ ਇਹਦੀ ਸਪਰੇਅ ਦੇ ਵਿੱਚ ਨਾ ਇਹਦੇ ਵਿੱਚ ਹੀ ਸਪਰੇਅ ਉਹ ਦੂਜੀ ਪਾ ਕੇ ਕਰ ਸਕਦਾ। अच्छा ਉਹ ਕਿੰਨੀ ਪਾਣੀ ਆ ਉਹ ਆਪਣੇ ਜ਼ਿਹਨ ਨੂੰ ਇਹ ਤਸੱਵਰ ਕਰ ਲੈ ਕਿ ਜਿਹੜੀ ਉਹਨੇ 1 ਕਿੱਲੇ ਦੀ ਸਪਰੇਅ ਹੈ ਨਾ ਉਹ 30 ਲੀਟਰਾਂ ਦੇ ਕੈਨ ਦੇ ਵਿੱਚ ਪਾ ਕੇ ਤੇ ਉਹਨੇ 30 ਲੀਟਰ 31 ਕਿੱਲੇ ਕਰ ਲੈਣੇ। ठीक है ਏਕੜ ਕਰ ਲੈਣੇ। ਇੱਕ ਜਿਹੜੀ ਇੱਕ ਹੈ ਨਾ ਸਪਰੇਅ ਜੀ, ਜੀ। ਇੱਕ ਏਕੜ ਦੀ ਜਿਹੜੀ ਆ हाँ हाँ ਉਹ ਇਹਦੇ ਵਿੱਚ ਪਾਣੀ वो इन्हें पा के तो कर 30 ਦੀ ਕਰ ਲਵੇ। ठीक ਜਿੱਦਾਂ ਕਿ ਮੈਂ ਦੂਜੀ ਮਿਸਾਲ ਦਿੰਦਾ नहीं ये वक्फा 8 दिन का रखे ਵਫਾ 2 ਦਿਨ ਦਾ ਛੱਡ ਕੇ ਤੀਸਰੇ ਦਿਨ ਦਾ ਵੀ ਕਰ ਸਕਦਾ ਜੇ ਇਸ ਤਰ੍ਹਾਂ ਤੇ ਅਟੈਕ ਨਹੀਂ ਆਉਂਦਾ नहीं था 8 ਦਿਨਾਂ हाँ ਬਾਅਦ हाँ करेगा। देख रहे 2-3 दिनों बाद तो ये हो नहीं सकता ना। ਨਹੀਂ ਜੇ ਅਟੈਕ ਨਹੀਂ ਨਾ ਹੈਗਾ ਫਿਰ 8 ਤੋਂ 10 ਦਿਨ ਦਾ 15 ਦਿਨ ਦਾ ਵੀ ਵਕਫਾ ਪਾ ਸਕਦਾ। ठीक है जी। ਫਿਰ ਫਰਨੈਲ ਦੀਆਂ ਗੋਲੀਆਂ ਤੇ ਚੂਨਾ ਉਹ ਲਾਜ਼ਮੀ 2 ਚੀਜ਼ਾਂ ਥੱਲੇ चूना थले रखना ਥੱਲੇ ਰੱਖਣਾ। ठीक है जी। ਚੂਨਾ ਵੀ ਇਦਾਂ ਹੀ 10-10 12-12 ਗਜ਼ ਦੇ ਫਾਸਲੇ ਤੇ ਇੱਕ ਡਲੀ 1 ਇੰਚ ਤੋਂ ਲਾ ਕੇ 1.5 ਇੰਚ ਦੀ ਡਲੀ ਜਿਹੜਾ ਹੈ ਚੂਨਾ ਨਹੀਂ ਦੂਜਾ ਪੱਥਰ ਵਾਲਾ ਚੂਨਾ पत्थर वाला ਉਹ ਰੱਖਣਾ। ਇਹਦੇ ਨਾਲ ਉਹਦਾ ਪੂਰਾ ਕੰਟਰੋਲ ਰਹੇਗਾ ਇਨਸ਼ਾਅੱਲਾ। और जो कार्टन है ये तो स्प्रे हो गए, इसको नीचे फ्लड करने के लिए क्या है आपके ਇਹਨੂੰ पास? ਨੀਚੇ ਜਦੋਂ ਫਲੱਡ ਕਰਨੀ ਹੈ ਨਾ ये नीचे भी फ्लड होगी नीचे भी फ्लड होएगा और ऊपर स्प्रे भी होगा इसका? स्प्रे भी होएगी। ठीक है। फिर दूसरे नंबर ते नीचे कितने लीटर फ्लड करनी है? नीचे जो ਇਹਨੂੰ ਫਲੱਡ ਕਰਨੀ ਹੈ ਨਾ ਫਿਰ 2 ਲੀਟਰ ਇਹਦੇ ਵਿੱਚ ਕਲੋਰੋਪੈਰੀਫਾਸ ਪਾ ਕੇ जी जी ਇਸੇ ਕੈਨ ਦੇ ਵਿੱਚ ਤੇ 2-2 ਲੀਟਰ ਜਿਹੜੀ ਹੈ 15 ਕਿੱਲੇ ਨੂੰ ਭਰ ਦੇਣੀ। 2-2 लीटर 2-2 ਲੀਟਰ 15 ਕਿੱਲੇ। और अगर ये नीचे फ्लड कर देंगे तो क्या खाद की कमी करनी है या नहीं? ਨਹੀਂ ਖਾਦ ਦੀ ਕਮੀ ਨੂੰ ਇਹ ਪੂਰਾ ਨਹੀਂ ਕਰੇਗੀ अच्छा, ਲੇਕਿਨ ਉਹਨੂੰ ਤਕਵੀਅਤ ਦੇਗੀ। तकवीत देगी। ਤਕਵੀਅਤ ਦੇਗੀ। अच्छा ਤੇ ਦੂਸਰੀ ਚੀਜ਼ ਇਹ ਆ ਵੀ ਕਿ ਉਹਨੂੰ ਪੋਟਾਸ਼ੀਅਮ ਹੋਮਿਓ ਪੋਟਾਸ਼ ਪਾਣੀ ਚਾਹੀਦੀ ਹੈ ਜਾਂ ਉਹਨੂੰ ਪੋਟਾਸ਼ ਪਾਣੀ ਚਾਹੀਦੀ ਹੈ ਬਦਾਮ ਦੂਸਰੀ ठीक है जी। ਜਾਂ ਉਹਨੂੰ DAP ਪਾਣੀ ਚਾਹੀਦੀ ਹੈ। DAP ਦੀ ਜਗ੍ਹਾ ਤੇ ਸਾਡੇ ਨਾਲ DAP ਨੂੰ ਲਾ ਕੇ ਆਲਰਾਊਂਡਰ ਜਿਹੜੀ ਹੈ ਨਾ ਸਾਡੀ ਉਹ ਪਾ ਲਵੇ। पाला वैसे ਉਹਦੇ ਨਾਲ ਇਹ ਆ ਵੀ ਕਿ ਇਹਦੇ ਨਾਲ ਉਹਦੇ ਦੂਜੇ ਖਰਚੇ ਜਿਹੜੇ ਅਕਰਾਂ ਦੇ ਘਰ ਦੇ ਜਿਸ 2 ਬੋਰੀਆਂ ਪਾਣੀਆਂ ਇੱਥੇ 1 ਬੋਰੀ ਪਾ ਦੇ ਉਹਨੂੰ 2 ਬੋਰੀਆਂ ਜਿੰਨਾ ਮਜ਼ਾ ਲੈ ਲਵੇ 2.5 ਬੋਰੀਆਂ ਜਿੰਨਾ ਮਜ਼ਾ ਲੈਗਾ। ठीक है ठीक है। ਤੇ ਜਿਹੜੀ ਪੋਟਾਸ਼ ਪਾਏਗਾ ਨਾ ਪੋਟਾਸ਼ ਸਾਡੀ 10 ਲੀਟਰ ਪਾਏਗਾ। ਹੋਮਿਓ ਪੋਟਾਸ਼ ਜਿਹੜੀ 10 ਲੀਟਰ ਪਾਏਗਾ ਸਸਤੀ ਪੈਗੀ ਉਹਨੂੰ। ਹੋਮਿਓ ਪੋਟਾਸ਼ 10 ਲੀਟਰ ਪਾਏਗਾ ਲੇਕਿਨ ਇਹਦੇ ਵਿੱਚ ਇਹ ਹੋ ਜਾਏਗਾ ਕਿ ਇਹਦੇ ਵਿੱਚ ਵੀ ਮਾਈਕਰੋ ਨਿਊਟਰਨ ਆ ਜਾਣਗੇ। जी जी ਕਾਪਰ ਜ਼ਿੰਕ ਫੈਰਸ ਸਲਫੇਟ ਉਹ ਵੀ ਚੀਜ਼ਾਂ ਇਹਦੇ ਵਿੱਚ ਆ जी ਜਾਣਗੀਆਂ। ਇਹਦੇ ਵਿੱਚ ਬੈਕਟੀਰੀਆ ਵੀ ਹੋਮਿਓ ਦਾ ਬੈਕਟੀਰੀਆ ਵੀ ਆਏਗਾ। ਉਹਨੂੰ ਨਾ ਤੇ ਫਿਰ ਸਲਫਰ ਪਾਉਣ ਦੀ ਜ਼ਰੂਰਤ ਹੈ ਨਾ ਉਹਨੂੰ ਹੋਮੀ ਐਸਿਡ ਪਾਉਣ ਦੀ ਜ਼ਰੂਰਤ ਹੈ। जी ਉਹ ਸਿਰਫ ਬਾਇਓ ਹੋਮਿਓ ਪੋਟਾਸ਼ ਪਾਏਗਾ। ठीक है। ਤੇ ਬਾਇਓ ਹੋਮਿਓ ਪੋਟਾਸ਼ ਹੈ ਵੀ ਸਸਤੀ ਹੈ ਤਕਰੀਬਨ ਜਿਹੜੀ ਪੋਟਾਸ਼ੀਅਮ ਸਲਫੇਟ ਦੀ 1 ਬੋਰੀ ਹੈ ਨਾ ਤੇ 50 ਕਿਲੋ ਦੀ ਉਹਦੇ ਬਰਾਬਰ ਇਹਦੀ ਕੀਮਤ 30 ਲੀਟਰ ਦੇ ਕੈਨ ਦੀ। ठीक है जी। तो ये थे डॉक्टर साहब जिन्होंने ये अपना कार्टून का जो मुकम्मल प्लान था उनके पास प्रोडक्ट हैं तो उन्होंने बता दिए हैं, तफसील से बताया है, सादा से अल्फाज में बताए हैं। तो आप जब भी चाहें स्क्रीन पर नंबर होगा आप कॉल करके ये वसूल सकते हैं। तो कीमत के लिहाज से ये होगा कि जैसे जैसे ये महंगाई होती जा रही है कीमत के इसका अप डाउन होता रहेगा ज़रूर, ये नहीं है कि जो फिक्सिंग कीमत होती। तो इसलिए हम इसके बाद हम आपसे इजाज़त चाहते हैं। वस्सलाम, दुआ में याद रखना।